ਸਿੱਖੀ ਕਹਿੰਦੇ ਹੈ ਸਤਿਗੁਰਾਂ ਦੀਆਂ ਸਿੱਖਿਆਵਾਂ ਨੂੰ। ਸਿੱਖੀ ਇੱਕ ਵਿਚਾਰਧਾਰਾ ਦਾ ਨਾਮ ਹੈ, ਔਰ ਜਿਹੜਾ ਵੀ ਇਹਨਾਂ ਵਿਚਾਰਧਾਰਾ ਨੂੰ ਐਕਸੈਪਟ ਕਰਦਾ, ਆਪਣੀ ਜ਼ਿੰਦਗੀ ਦੇ ਵਿੱਚ ਸਮਝਦਾ, ਲਾਗੂ ਕਰਦਾ, ਮੰਨਦਾ, ਉਹ ਸਿੱਖ ਹੈ। ਔਰ ਉਹ ਕਿਸੇ ਵੀ ਮਜ਼ਹਬ ਦਾ ਹੋ ਸਕਦਾ ਹੈ, ਉਹ ਕਿਸੇ ਵੀ ਵਰਗ ਦਾ ਹੋ ਸਕਦਾ ਹੈ, ਕਿਉਂਕਿ ਪਾਤਸ਼ਾਹ ਦਾ ਬਚਨ ਪੜ੍ਹਦੇ ਹਾਂ, ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਝੋਟਾਂ ਖਾਵੇ। ਮੈਂ ਫਿਰ ਦੁਹਰਾਉਣ ਲੱਗਾ, ਇਹ ਗੱਲ ਪੱਕੀ ਤਰ੍ਹਾਂ ਸਮਝ ਲਿਓ। ਸਿੱਖੀ ਕੋਈ ਮਜ਼ਹਬ ਨਹੀਂ, ਸਿੱਖੀ ਕੋਈ ਫਿਰਕਾ ਨਹੀਂ। ਜਿੱਦਾਂ ਕਿ ਅੱਜ ਫਿਰਕਾ ਪ੍ਰਸਤੀ ਸੋਚ ਨੇ, ਮੈਂ ਸ਼ਬਦ ਇਹ ਵਰਤਿਆ, ਫਿਰਕਾ ਪ੍ਰਸਤੀ ਸੋਚ ਵਾਲੇ ਲੋਕਾਂ ਨੇ ਸਿੱਖੀ ਨੂੰ ਇੱਕ ਮਜ਼ਹਬ ਦੇ ਰੂਪ ਵਿੱਚ ਪੇਸ਼ ਕੀਤਾ, ਇੱਕ ਮਜ਼ਹਬ ਦੇ ਰੂਪ ਵਿੱਚ ਪੇਸ਼ ਕੀਤਾ, ਇੱਕ ਵਰਗ ਦੇ ਰੂਪ ਵਿੱਚ ਪੇਸ਼ ਕੀਤਾ। ਹਾਲਾਂਕਿ ਜੇ ਗੁਰੂ ਗ੍ਰੰਥ ਸਾਹਿਬ ਦੀ ਸੋਚ ਵੱਲ ਵੇਖਿਆ ਜਾਵੇ, ਇਹਨਾਂ ਪੈਂਤੀਆਂ ਦੀ ਵਿਚਾਰਧਾਰਾ ਵੱਲ ਵੇਖਿਆ ਜਾਵੇ, ਤੇ ਸਪਸ਼ਟ ਇਹ ਗੱਲ ਕਲੀਅਰ ਹੁੰਦੀ ਹੈ, ਸਿੱਖੀ ਕੋਈ ਵਰਗ ਨਹੀਂ, ਸਿੱਖੀ ਕੋਈ ਮਜ਼ਹਬ ਨਹੀਂ, ਸਿੱਖੀ ਇੱਕ ਵਿਚਾਰਧਾਰਾ ਦਾ ਨਾਮ ਹੈ। ਸਿੱਖ ਇੱਕ ਸੋਚ ਹੈ। ਮੈਂ ਫਿਰ ਦੁਹਰਾਨਾ, ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਜਿਹੜਾ ਇਸ ਸੋਚ ਨੂੰ ਲੈ ਕੇ ਚੱਲਦਾ, ਇਸ ਸਮਝ ਨੂੰ ਲੈ ਕੇ ਚੱਲਦਾ, ਉਹਨੂੰ ਸਿੱਖ ਕਹਿੰਦੇ ਹੈ। ਉਹ ਕਿਸੇ ਵੀ ਮਜ਼ਹਬ ਵਿੱਚੋਂ ਹੋ ਸਕਦਾ ਹੈ। ਇਸੇ ਕਰਕੇ ਤੁਸੀਂ ਵੇਖੋਗੇ ਨਾ ਵੀ ਜਿੱਥੇ 35 ਮਹਾਂਪੁਰਖ ਇਕੱਠੇ ਬੈਠੇ ਹੈ, ਜੇ ਤੁਸੀਂ ਉਹਨਾਂ ਨੂੰ ਇੱਕ ਮਿੰਟ ਲਈ ਆ ਸਮਝਿਓ ਗੱਲ, ਜੇ ਤੁਸੀਂ ਇਹਨਾਂ 35 ਮਹਾਨ ਸ਼ਖਸੀਅਤਾਂ ਨੂੰ ਜੇ ਤੁਸੀਂ ਮਜ਼ਹਬਾਂ ਦੇ ਵਾਲੇ ਪਾਸਿਓਂ ਵੇਖੋਗੇ ਤੇ ਇਹ ਵੱਖ-ਵੱਖ ਫਿਰਕਿਆਂ ਵਿੱਚੋਂ ਹੈ। ਸਮਾਜ ਦੀਆਂ, ਮੈਂ ਸ਼ਬਦ ਸਮਾਜ ਦੀਆਂ ਬਣਾਈਆਂ ਹੋਈਆਂ ਵਰਤ ਰਿਹਾ। ਇਹਨਾਂ ਦੀ ਸੋਚ ਇਸ ਜਾਤ ਪਾਤ ਨੂੰ ਨਹੀਂ ਮੰਨਦੀ। ਇਹ ਤੇ ਕਹਿੰਦੇ ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਪਰ ਸਮਾਜ ਦੀਆਂ ਬਣਾਈਆਂ ਹੋਈਆਂ ਜਾਤਾਂ ਵਿੱਚੋਂ ਇਹ ਅਲੱਗ-ਅਲੱਗ ਜਾਤਾਂ ਵਿੱਚੋਂ ਹੈ, ਅਲੱਗ-ਅਲੱਗ ਮਜ਼ਹਬਾਂ ਵਿੱਚੋਂ ਹੈ, ਫਿਰਕਿਆਂ ਵਿੱਚੋਂ ਹੈ, ਪਰ ਫਿਰ ਵੀ ਇਕੱਠੇ ਬੈਠੇ ਇੱਕ ਜਗ੍ਹਾ 'ਤੇ। ਜਿੱਥੇ ਬਾਬਾ ਫਰੀਦ ਜੀ ਦੀ ਸੋਚ ਨੂੰ ਐਕਸੈਪਟ ਕੀਤਾ ਗਿਆ, ਉੱਥੇ ਬਾਬਾ ਕਬੀਰ ਸਾਹਿਬ ਜੀ ਦੀ ਸੋਚ ਨੂੰ ਵੀ ਐਕਸਪੈਕਟ ਕੀਤਾ ਗਿਆ। ਜਿੱਥੇ ਇੱਕ ਭਗਤ ਰਾਮਾਨੰਦ ਜੀ ਵਰਗਿਆਂ ਦੀ ਸੋਚ ਨੂੰ ਪ੍ਰਵਾਨ ਕੀਤਾ ਗਿਆ, ਉੱਥੇ ਭਗਤ ਨਾਮਦੇਵ ਜੀ ਵਰਗਿਆਂ ਦੀ ਸੋਚ ਨੂੰ ਵੀ ਪ੍ਰਵਾਨ ਕੀਤਾ ਗਿਆ। ਕਿਉਂਕਿ ਭਗਤ ਰਾਮਾਨੰਦ ਜੀ ਜਿਹੜੇ ਹੈ ਉਹ ਸਮਾਜ ਦੀਆਂ ਬਣਾਈਆਂ ਹੋਈਆਂ ਜਾਤ ਬਰਾਦਰੀਆਂ ਦੇ ਵਿੱਚੋਂ, ਮਜ਼ਹਬਾਂ ਦੇ ਵਿੱਚੋਂ ਇੱਕ ਉੱਚੀ ਮਜ਼ਹਬ ਵਿੱਚੋਂ ਹੈ, ਪੰਡਤ ਸ਼੍ਰੇਣੀ ਵਿੱਚੋਂ ਹੈ ਰਾਮਾਨੰਦ ਜੀ। ਤੇ ਜੇ ਦੂਸਰੇ ਪਾਸੇ ਆਪਾਂ ਵੇਖੀਏ, ਭਗਤ ਰਵਿਦਾਸ ਜੀ ਵਰਗੇ, ਨਾਮਦੇਵ ਜੀ ਵਰਗੇ, ਬਾਬਾ ਕਬੀਰ ਜੀ ਵਰਗੇ ਇਸ ਪੁਜਾਰੀ ਦੇ ਬਣਾਏ ਹੋਏ ਵੰਡ ਭੇਦ ਭਾਵ ਦੇ ਵਿੱਚੋਂ, ਵਰਨ ਵੰਡ ਦੇ ਵਿੱਚੋਂ ਨੀਵੇਂ ਵਰਨ ਵਾਲੇ ਹੈ। ਪਰ ਜੇ ਫਿਰ ਵੀ ਜੇ ਸਾਰਿਆਂ ਦੀ ਸੋਚ ਇੱਕ ਜਗ੍ਹਾ 'ਤੇ ਪ੍ਰਵਾਨ ਕੀਤੀ ਗਈ ਹੈ, ਉਹਦਾ ਮਤਲਬ ਇਹ ਹੈ ਵੀ ਸਿੱਖ ਇੱਕ ਵਿਚਾਰਧਾਰਾ ਦਾ ਨਾਮ ਹੈ, ਜਿੱਥੇ ਕਿਸੇ ਵੀ ਤਰ੍ਹਾਂ ਦੇ ਵਰਗ ਨੂੰ, ਕਿਸੇ ਵੀ ਤਰ੍ਹਾਂ ਦੇ ਮਜ਼ਹਬ ਨੂੰ ਪ੍ਰਵਾਨ ਨਹੀਂ ਕੀਤਾ ਜਾਂਦਾ, ਜਿੱਥੇ ਚੰਗੀਆਂ ਵਿਚਾਰਾਂ ਨੂੰ ਐਕਸੈਪਟ ਕੀਤਾ ਜਾਂਦਾ ਹੈ, ਜਿੱਥੇ ਚੰਗੀ ਸੋਚ ਦੀ ਗੱਲ ਕੀਤੀ ਜਾਂਦੀ ਹੈ। ਤੇ ਕਮਾਲ ਦੀ ਗੱਲ ਇਹ ਹੈ, ਹੈਰਾਨ ਹੋਈਦਾ ਇਹ ਗੱਲ ਸੋਚ ਕੇ ਵੀ ਸਾਡੇ ਪਾਤਸ਼ਾਹ ਜਿਹੜੇ ਹੈ ਉਹ ਤੇ ਵਰਨ ਵੰਡ ਖਤਮ ਕਰਨ ਦੀ ਗੱਲ ਕਰਦੇ ਹੈ, ਉਹ ਤੇ ਭੇਦਭਾਵ ਖਤਮ ਕਰਨ ਦੀ ਗੱਲ ਕਰਦੇ, ਉਹ ਤੇ ਇੱਕ ਇਨਸਾਨੀਅਤ ਦਾ ਹੋਕਾ ਦਿੰਦੇ ਹੈ, ਇੱਕ ਇਨਸਾਨੀਅਤ ਦਾ ਨਾਅਰਾ ਲਾਉਂਦੇ ਹੈ। ਤੁਸੀਂ ਵੇਖਿਓ ਨਾ, ਗੁਰੂ ਨਾਨਕ ਪਾਤਸ਼ਾਹ ਦਾ ਸੰਗਤ ਪ੍ਰਥਾ ਕਾਇਮ ਕਰਨਾ, ਗੁਰੂ ਅੰਗਦ ਪਾਤਸ਼ਾਹ ਦਾ ਲੰਗਰ ਪ੍ਰਥਾ ਕਾਇਮ ਕਰਨਾ, ਸਤਿਗੁਰਾਂ ਦਾ, ਗੁਰੂ ਅਮਰਦਾਸ ਜੀ ਦਾ ਬੌਲੀ ਨੂੰ ਖੁਦਵਾਉਣਾ,
ਗੁਰੂ ਰਾਮਦਾਸ ਜੀ ਦਾ ਸਰੋਵਰ ਨੂੰ ਬਣਵਾਉਣਾ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਖੰਡੇ ਬਾਟੇ ਦੀ ਪੌਲ ਤਿਆਰ ਕਰਨਾ, ਇਹਨਾਂ ਸਿਆਰਿਆਂ ਦੇ ਪਿੱਛੇ ਇੱਕ ਇੱਕ ਕਾਰਨ ਮੈਨੂੰ ਇਹ ਵੀ ਲੱਗਦਾ ਹੈ ਵੀ ਕਿਤੇ ਨਾ ਕਿਤੇ ਸਾਡੇ ਦਿਮਾਗ ਵਿੱਚ ਇਹ ਪੱਕਾ ਕਰਨ ਵਾਸਤੇ ਸੀ ਵੀ ਵਰਨ ਵੰਡ ਜਿਹੜੀ ਹੈ ਉਹ ਖਤਮ ਕਰੋ, ਆਪਸੀ ਵਿਤਕਰੇ ਆਪਸੀ ਭੇਦਭਾਵ ਖਤਮ ਕਰੋ, ਇਨਸਾਨੀਅਤ ਦਾ ਝੰਡਾ ਲੈ ਕੇ ਚੱਲੋ। ਤੇ ਕਮਾਲ ਦੀ ਗੱਲ ਇਹ ਹੈ, ਇਹ ਸੋਚਿਓ ਇਸ ਗੱਲ ਨੂੰ, ਜਰਾ ਇਸ ਗੱਲ ਨੂੰ ਸੋਚਿਓ ਵੀ ਜਿਹੜੇ ਗੁਰੂ ਨਾਨਕ ਪਾਤਸ਼ਾਹ ਇਨਸਾਨੀਅਤ ਦਾ ਝੰਡਾ ਲੈ ਕੇ ਤੁਰੇ ਸੀ, ਜਿਹੜੇ ਵਰਨ ਵੰਡ ਖਤਮ ਕਰਨ ਦੀ ਗੱਲ ਕਰਦੇ ਸੀ, ਕੀ ਉਹ ਖੁਦ ਇੱਕ ਨਵਾਂ ਮਜ਼ਹਬ ਚਲਾਉਣਗੇ, ਇੱਕ ਨਵਾਂ ਫਿਰਕਾ ਚਲਾਉਣਗੇ, ਇੱਕ ਨਵਾਂ ਫਿਰਕਾ ਪੈਦਾ ਕਰਨਗੇ? ਨਹੀਂ। ਹਾਲਾਂਕਿ ਇਹ ਸਾਡੇ ਵਰਗਿਆਂ ਫਿਰਕਾ ਪ੍ਰਸਤੀਆਂ ਦੀ ਸੋਚ ਨੇ, ਫਿਰਕਾ ਪ੍ਰਸਤੀਆਂ ਦੀ ਸੋਚ ਨੇ ਸਾਡੇ ਵਿੱਚ ਇਹ ਭੇਦ ਭਾਵ ਪੈਦਾ ਕੀਤੇ ਹੈ। ਸਿੱਖੀ ਇੱਕ ਵਿਚਾਰਧਾਰਾ ਦਾ ਨਾਮ ਹੈ, ਸਿੱਖੀ ਇੱਕ ਸੋਚ ਹੈ, ਇੱਕ ਵਿਚਾਰ ਹੈ। ਇਹਨੂੰ ਮਜ਼ਹਬ ਦਾ ਰੂਪ ਨਾ ਦਿਓ, ਇਹਨੂੰ ਫਿਰਕਿਆਂ ਦੇ ਵਿੱਚ ਨਾ ਵੰਡੋ। ਸਿੱਖ ਕੋਈ ਵੀ ਹੋ ਸਕਦਾ ਹੈ, ਕੋਈ ਵੀ ਸਿੱਖ ਹੋ ਸਕਦਾ ਹੈ, ਧੋਤੀ ਵਾਲਾ ਵੀ ਸਿੱਖ ਹੋ ਸਕਦਾ ਹੈ। ਭਾਈ ਮਰਦਾਨੇ ਨੂੰ ਗੁਰੂ ਨਾਨਕ ਦਾ ਸਿੱਖ ਮੰਨਿਆ ਗਿਆ, ਭਾਗੋ ਨੂੰ ਗੁਰੂ ਨਾਨਕ ਦਾ ਸਿੱਖ ਮੰਨਿਆ ਗਿਆ। ਕਿੰਨਿਆਂ ਦੀ ਗੱਲ ਕਰੋਗੇ? ਪੀਰ ਬੁੱਧੂ ਸ਼ਾਹ ਜੀ ਵਰਗਿਆਂ ਨੂੰ ਸਿੱਖ ਮੰਨਿਆ ਗਿਆ। ਇਸ ਕਰਕੇ ਹੁਣ ਸਾਡੇ ਵਿੱਚ, ਸਾਡੇ ਸਿੱਖ ਸੋਚ ਦੇ ਵਿੱਚ ਨਾਮ ਦਾ ਜਿਹੜਾ ਅਰਥ ਹੈ ਉਹ ਹੈ ਸਤਿਗੁਰੂ ਦਾ ਗਿਆਨ। ਪਰ ਕਮਾਲ ਦੀ ਗੱਲ ਹੈ, ਜਿੱਥੋਂ ਮੈਂ ਇਹ ਗੱਲ ਸ਼ੁਰੂ ਕੀਤੀ ਸੀ ਵੀ ਅੱਜ ਸਿੱਖੀ ਵਿਚਾਰਧਾਰਾ ਦੇ ਨਾਮ ਹੇਠਾਂ ਵੇਖਣ ਵਿੱਚ ਆਉਂਦਾ ਹੈ ਵੀ ਕਿਤੇ ਨਾ ਕਿਤੇ ਹੋਰ ਮੱਤਾਂ ਦੀ ਰੂਪ ਰੇਖਾ, ਰੰਗਤ ਜਿਹੜੀ ਹੈ ਉਹ ਚਾੜੀ ਜਾ ਰਹੀ ਹੈ। ਅੱਜ ਆਪਣੇ ਆਪ ਨੂੰ ਗੁਰੂ ਨਾਨਕ ਦੇ ਵਾਰਸ ਕਹਾਉਣ ਵਾਲੇ ਕੀ ਯੋਗ ਮਤ ਦੇ ਰਾਹ ਤੇ ਨਹੀਂ ਚੱਲੇ ਹੋਏ? ਅੱਜ ਆਪਣੇ ਆਪ ਨੂੰ ਗੁਰੂ ਨਾਨਕ ਦੇ ਸਿੱਖ ਕਹਾਉਣ ਵਾਲੇ, ਆਪਣੇ ਆਪ ਨੂੰ ਗੁਰੂ ਨਾਨਕ ਦੇ ਵਾਰਸ ਕਹਾਉਣ ਵਾਲੇ, ਆਪਣੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਅਖਵਾਉਣ ਵਾਲੇ ਕੀ ਅੱਜ ਮਨੂ ਦੀ ਸੋਚ ਤੇ ਨਹੀਂ ਚੱਲੇ ਹੋਏ? ਸਾਡੇ ਵਿੱਚ ਇੱਦਾਂ ਦੀਆਂ ਸੰਪਰਦਾਵਾਂ ਕੀ ਹੈ ਨਹੀਂ? ਆਪੋ ਆਪਣੇ ਦਿਲ ਅੰਦਰ ਝਾਤ ਮੰਨ ਕੇ ਵੇਖੋ, ਸਾਡੇ ਵਿੱਚ ਕੀ ਇੱਦਾਂ ਦੀਆਂ ਸੰਪਰਦਾਵਾਂ ਹੈ ਨਹੀਂ ਜਿਹੜੀਆਂ ਆਪਣੇ ਭਾਂਡੇ ਨਾਲ ਰੱਖਦੀਆਂ? ਕਿ ਸਾਡੇ ਵਿੱਚ ਇੱਦਾਂ ਦੀਆਂ ਸੰਪਰਦਾਵਾਂ ਅੱਜ ਹੈ ਨਹੀਂ ਜਿਹੜੀਆਂ ਕਹਿੰਦੀਆਂ ਵੀ ਜੇ ਸਾਡੀ ਸੰਪਰਦਾ ਵਿੱਚ ਸ਼ਾਮਲ ਹੋਣਾ ਤੂੰ ਪਹਿਲਾਂ ਭਾਵੇਂ ਜਿੱਥੋਂ ਮਰਜ਼ੀ ਖੰਡੇ ਬਾਟੇ ਦੀ ਪੌਲ ਧਾਰਨ ਕੀਤੀ ਹੋਵੇ, ਪਰ ਜੇ ਤੂੰ ਸਾਡੇ ਵਿੱਚ ਸ਼ਾਮਲ ਹੋਣਾ ਤੇ ਤੈਨੂੰ ਸਾਡੇ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕਣਾ ਪੈਣਾ। ਕਿ ਸਾਡੇ ਵਿੱਚ ਅੱਜ ਸਾਡੇ ਕਈ ਗੁਰਦੁਆਰਿਆਂ ਦੇ ਵਿੱਚ ਜਾਤ ਪਾਤ ਪੁੱਛੀ ਨਹੀਂ ਜਾਂਦੀ। ਪਿੱਛੇ ਜੇ ਨਿਹੰਗ ਸਿੰਘਾਂ ਨੇ ਰੌਲਾ ਨਹੀਂ ਸੀ ਪਾਇਆ, ਇੰਟਰਨੈਟ 'ਤੇ ਪਈ ਹੈ ਵੀਡੀਓ। ਪਿੱਛੇ ਜੇ ਕਈ ਨਿਹੰਗ ਸਿੰਘ ਫੌਜਾਂ ਨੇ, ਜਥੇਬੰਦੀਆਂ ਨੇ ਇਸ ਗੱਲ ਦਾ ਰੌਲਾ ਪਾਇਆ ਸੀ, ਕਹਿੰਦੇ ਸਾਡੇ ਵਿੱਚ ਕਈ ਥਾਵਾਂ 'ਤੇ ਅੰਮ੍ਰਿਤ ਸੰਚਾਰ ਕਰਨ ਲੱਗਿਆ ਸਾਨੂੰ ਸਾਡੀ ਜਾਤ ਪੁੱਛਦੇ ਹੈ। ਔਰ ਜੇ ਅਸੀਂ ਨੀਵੀਂ ਜਾਤ ਵਾਲੇ ਹੁੰਦੇ ਹਾਂ, ਅਸੀਂ ਮਜ਼੍ਹਬੀ ਸਿੱਖ ਹੁੰਦੇ ਹਾਂ, ਅਸੀਂ ਰਵਿਦਾਸੀਏ ਸਿੱਖ ਹੁੰਦੇ ਹਾਂ, ਜੇ ਫਿਰ ਸਾਨੂੰ ਕਹਿੰਦੇ ਵੱਖਰਾ ਫਾਟਾ ਤਿਆਰ ਕਰਕੇ, ਇਹਨਾਂ ਦੇ ਖੁਦ ਆਪਣੇ ਬੰਦੇ ਕਹਿੰਦੇ ਪਿੱਛੇ ਜੇ ਰੌਲਾ ਪਾਇਆ ਸੀ। ਕਿ ਅੱਜ ਇਸ ਗੱਲ 'ਤੇ ਦਿਮਾਗ ਦੇ ਜ਼ੋਰ ਦਿਓ ਕਿ ਅੱਜ ਸਿੱਖੀ ਵਿਚਾਰਧਾਰਾ ਦੇ ਉੱਪਰ ਮਨੂ ਦੀ ਸੋਚ ਦੀ ਰੰਗਤ ਨਹੀਂ ਚਾੜੀ ਜਾ ਰਹੀ। ਸਿੱਖੀ ਵਿਚਾਰਧਾਰਾ ਦੇ ਉੱਪਰ ਕੀ ਅੱਜ ਯੋਗ ਮਤ ਦੀ ਰੰਗਤ ਨਹੀਂ ਚਾੜੀ ਜਾ ਰਹੀ? ਜਿੱਦਾਂ ਅਸੀਂ ਵਾਹਿਗੁਰੂ ਵਾਹਿਗੁਰੂ ਸਿਮਰਨ, ਜਿੱਦਾਂ ਅਸੀਂ ਨਾਮ ਦੀ ਵਿਆਖਿਆ ਅੱਜ ਕਰ ਰਹੇ ਹਾਂ, ਕਿ ਇਹ ਯੋਗ ਮਤ ਦੀ ਕਾਪੀ ਨਹੀਂ ਕੀਤੀ ਹੋਈ ਆਪਾਂ? ਕਿਵੇਂ ਯੋਗੀ ਸਾਹ ਦੀਆਂ ਗੱਲਾਂ ਕਰਦੇ ਆ, ਸਾਹ ਇੱਦਾਂ ਅੰਦਰ ਸਾਹ ਇੱਦਾਂ ਲੈ ਕੇ ਜਾਣਾ, ਇੱਦਾਂ ਸਾਹ ਬਾਹਰ ਕੱਢਣਾ, ਇੱਦਾਂ ਨਾਮ ਜਪਣਾ। ਕੀ ਅੱਜ ਸਾਡੇ ਵਿੱਚ ਉੱਦਾਂ ਦੇ ਹੈ ਨਹੀਂ ਜਿਹੜੇ ਉਹਨਾਂ ਦੀ ਕਾਪੀ ਕਰਦੇ ਆ? ਹਾਲਾਂਕਿ ਕਾਪੀ ਕਰਨੀ ਸੀ ਆਪਣੇ ਪਾਤਸ਼ਾਹਾਂ ਦੀ, ਵੀ ਉਹ ਕਿੱਦਾਂ ਮੰਨਦੇ ਆ, ਪਰ ਕਾਪੀ ਅਸੀਂ ਦੂਸਰਿਆਂ ਦੀ ਕਰ ਰਹੇ ਹਾਂ। ਇਸ ਕਰਕੇ ਸਾਨੂੰ ਇਹ ਬਰੀਕੀ ਨਾਲ ਵੇਖਣਾ ਪੈਣਾ ਵੀ ਕੀ ਅੱਜ ਜਿਹੜੀ ਸਿੱਖੀ ਸਾਡੇ ਕੋਲ ਹੈ, ਇਸ ਸਿੱਖੀ ਦੇ ਉੱਪਰ ਰੰਗਤ ਗੁਰੂ ਨਾਨਕ ਵਾਲੀ ਹੋਈ ਹੈ ਜਾਂ ਕਿਸੇ ਹੋਰ ਦੀ ਚੜ੍ਹ ਚੁੱਕੀ ਹੈ। ਕਿ ਸਤਿਗੁਰਾਂ ਦੀ ਜਿਹੜੀ ਸੋਚ ਹੈ ਉਹ ਮਜ਼੍ਹਬਾਂ ਨੂੰ, ਉਹ ਵਰਗਾਂ ਨੂੰ ਨਹੀਂ ਮੰਨਦੀ,
ਪਰ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਜੀ ਅੱਜ ਦੇ ਸਮਾਜ ਦੀ, ਮੈਂ ਬਾਰ-ਬਾਰ ਇਹ ਅਰਜ਼ ਕਰ ਰਿਹਾ, ਸਿੱਖੀ ਇੱਕ ਸੋਚ ਸੀ, ਸਿੱਖੀ ਇੱਕ ਵਿਚਾਰਧਾਰਾ ਸੀ, ਪਰ ਮੇਰੇ ਵਰਗੇ ਸ਼ਰਾਰਤੀਆਂ ਨੇ ਇਹਨੂੰ ਇੱਕ ਮਜ਼ਹਬ ਦੀ ਰੂਪ ਰੇਖਾ ਦੇ ਦਿੱਤੀ ਗਈ।